ਕੈਪਟਨ ਅਮਰਿੰਦਰ ਸਿੰਘ ਦੀ ਤੇ ਕੇਂਦਰੀ ਨੇਤਰ ਵੱਲੋਂ ਸੋਨੀਆ ਗਾਂਧੀ ਜੀ ਵੱਲੋਂ ਕਾਂਗਰਸ ਦੇ ਜਿਹੜੇ ਉੱਚ ਅਹੁਦੇਦਾਰ ਹੈ ਉਹਨਾਂ ਵੱਲੋਂ ਅਸਤੀਫਾ ਲਿਆ ਗਿਆ, ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਕੇ ਬੇਇੱਜ਼ਤ ਕੀਤਾ ਗਿਆ। ਕਿੱਦਾਂ ਸੋਚਦੇ ਹੋ ਤੁਸੀਂ? कहते कि बड़े बेआबरू होकर तेरे कूचे से हम निकले, बहुत निकले मेरे अरमान, लेकिन फिर भी कम निकले। नवजोत ਸਿੰਘ ਸਿੱਧੂ ਨੇ ਨਰਾਜ ਸਿੰਘ ਸਿੱਧੂ ਹੈ, ਉਹਨੂੰ ਨਾਰਾਜ਼ ਹੋ ਜਾਂਦਾ ਕਿ ਵੀ ਭਾਈ ਜੇ ਉਹਦੀ ਗੱਲ ਨਾ ਪੂਰੀ ਹੋਵੇ। ਤੇਰਾ ਕੰਮ ਜਿਹੜਾ ਨਾ ਪ੍ਰਧਾਨ ਬਣ ਕੇ ਤੇਰਾ ਕੰਮ ਲੋਕਾਂ ਨੂੰ ਮਨਾਉਣਾ, ਕਾਰਜਕਰਤਾ ਨੂੰ ਮਨਾਉਣਾ, ਨਾਲ ਜੋੜ ਕੇ ਰੱਖਣਾ, ਪਰ ਨਾ ਕਿ ਤੂੰ ਆਪ ਨਾਰਾਜ਼ ਹੋ ਜਾਣਾ। ਹੁਣ ਮੈਨੂੰ ਦੱਸੋ ਕਿ ਵੀ ਜੇ ਆਪ ਹੀ ਨਾਰਾਜ਼ ਹੋਊਗਾ ਤਾਂ ਕਾਰਜਕਰਤਾ ਦਾ ਕਿੱਥੇ ਜਾਊਗਾ? चीफ मिनिस्टर सरदार चरणजीत सिंह चन्नी होनी तो नवजोत सिंह सिद्धू आपस तू ना करते हैं। जो कोई निर्णय लेंदा तो भी उन्हें मुछ की वाल का सवाल बना लेंदा कि भाई जो एडवोकेट जनरल है उन्होंने बदलो, तुसीं DGP बदलो। ये इख्तियार जोड़ा है सरकार का है, मुख्यमंत्री का है, ना कि संगठन का जोड़ा प्रदेश का प्रधान है। तू अपना संगठन देख, लेकिन नहीं, तू कभी कोपा मंच ले जाना, कभी तू दो तीन प्रेस कॉन्फ्रेंस करना। मजाक बनाता उसने अहुदे का, प्रधानगी के अहुदे का। पहली बारी है इतिहास कि भी किसी मुख्यमंत्री के डिबेट चो विधान सभा स्पीकर ने एक्सपंज किया। इसका मतलब यह है कि स्पीकर ने भी मन्निया, जोड़ा कस्टोडियन हाउस का, कि भी ये शब्दावली ठीक नहीं सी, गलत सी। ਜੇ ਸੀਨੀਅਰ ਭਾਜਪਾ ਆਗੂਆਂ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਲਗਾਤਾਰ ਉਹਨਾਂ ਤੇ ਹਮਲਾ ਕੀਤਾ ਜਾ ਰਿਹਾ। ਪਿਛਲੇ ਦਿਨੀ ਰਾਜਪੁਰਾ ਦੇ ਵਿੱਚ ਵੀ ਬੜੇ ਵੱਡੇ ਪੱਧਰ ਤੇ ਤਿੱਖਾ ਵਿਰੋਧ ਜਿਹੜਾ ਕੀਤਾ ਗਿਆ ਸੀਗਾ। ਜੇ ਕਿਸਾਨੀ ਮੁੱਦਾ ਹੱਲ ਨਹੀਂ ਨੇੜੇ ਹੁੰਦਾ ਤਾਂ ਭਾਜਪਾ ਕਿਸ ਤਰ੍ਹਾਂ ਚੋਣ ਲੜੇਗੀ ਜੀ ਤੇ ਕਿੱਦਾਂ ਆਪਣੇ ਉਮੀਦਵਾਰਾਂ ਦੀ ਸੇਫਟੀ ਨੂੰ ਅੱਗੇ ਕਰੇਗੀ? ਸਕਾਈ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇ ਬੋਰਾ। ਮੌਸਮ ਸਰਦ ਰੁੱਤ ਦੇ ਵਿੱਚ ਬਦਲ ਰਿਹਾ ਹੈ, ਪਰ ਰਾਜਨੀਤਿਕ ਸਰਗਰਮੀਆਂ ਜਿਹੜੀਆਂ ਵਿਧਾਨ ਸਭਾ 2022 ਦੀ ਚੋਣਾਂ ਨੂੰ ਲੈ ਕੇ ਗਰਮਾਉਂਦੀਆਂ ਜਾ ਰਹੀਆਂ। ਗੱਲ ਕਰੀਏ ਅਗਰ ਭਾਰਤੀ ਜਨਤਾ ਪਾਰਟੀ ਦੀ ਤਾਂ ਕਿਸਾਨਾਂ ਦੇ ਵਿਰੋਧ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈ ਗ੍ਰਾਫ ਦਿਨ ਬ ਦਿਨ ਨੀਚੇ ਗਿਰਦਾ ਜਾ ਰਿਹਾ ਹੈ। ਪਰ ਜੇ ਗੱਲ ਕਰੀਏ ਕਾਂਗਰਸ ਦੀ ਤੇ ਕਾਂਗਰਸ ਦੇ ਵਿੱਚ ਸਿੱਧੂ, ਚੰਨੀ ਤੇ ਕੈਪਟਨ ਦੇ ਆਪਸੀ ਕਾਟੋ ਕਲੇਸ਼ ਬਾਰੇ ਤੇ ਕੈਪਟਨ ਸਾਹਿਬ ਦੇ ਤੋਂ ਲਿਆ ਅਸਤੀਫੇ ਬਾਰੇ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਹਨ ਉਹਨਾਂ ਬਾਰੇ ਗੱਲ ਕਰਦੇ ਹਾਂ। ਅੱਜ ਸਾਡੇ ਨਾਲ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਜੀ ਰਾਜਪੁਰਾ 'ਚ ਪਹੁੰਚੇ ਹੈ। ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਸਰ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਸਕਾਈ ਨਿਊਜ਼ 'ਤੇ। धन्यवाद जी। ਸਰ ਸਭ ਤੋਂ ਪਹਿਲਾਂ ਤਾਂ ਜਿਹੜਾ ਕਿਸਾਨੀ ਮੁੱਦਾ ਜਿਹੜਾ BJP 'ਤੇ ਬੜਾ ਹੀ ਉਲਝਿਆ ਹੋਇਆ ਦਿਖ ਰਿਹਾ, ਕਦੋਂ ਤੱਕ ਹੱਲ ਹੋਏਗਾ? देखो ऐसा है कि मुद्दा हल हुए, किसानी मुद्दा, भारतीय जनता पार्टी पंजाब का यूनिट भी इसमें लैके चिंतित है और प्रयास कर रहे हैं। केंद्र सरकार भी प्रयास कर रही है, गलबात के दरवाजे खुले हैं और कोई भी मसला जोड़ा दुनिया का, चाहे युद्ध होवे, हमेशा गलबात राही हल होंदा रहा भी है। और मैनू आस ही नहीं, पूर्ण विश्वास है कि आने वाले समय के विच इलैक्शन तो पहला ये मुद्दा हल होएगा और किसान भरा जिहड़ा उस तरह ही अपनाणगे जिस तरह पिछलियां लोक सभा की चोणां दे विच कहां कि 2 बारी 14 और 19 दे विच भारतीय जनता पार्टी ने अपनाया सी और नरेंद्र मोदी जी ने 2 बारी प्रधानमंत्री बनाया सी। ਜੇ ਗੱਲ ਕਰੀਏ 2022 ਦੇ ਚੋਣਾਂ ਦੀ ਜੀ, ਭਾਰਤੀ ਜਨਤਾ ਪਾਰਟੀ ਕਿ ਇਕੱਲੇ ਚੋਣ ਲੜੇਗੀ ਜਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਜਿਵੇਂ ਅਮਿਤ ਸ਼ਾਹ ਜੀ ਨਾਲ ਪਿਛਲੇ ਦਿਨਾਂ ਹੋਈਆਂ ਮੀਟਿੰਗਾਂ ਦੇ ਦੌਰਾਨ ਆਪਸੀ ਨੇੜਤਾ ਜਿਹੜੀ ਦਿਖ ਰਹੀ ਹੈ ਕਿ ਅਨਾਇੰਸ ਦੇ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਚੋਣ ਲੜੇਗੀ? ਦੇਖੋ ऐसा है कि 2022 ਦੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ 117 ਸੀਟਾਂ ਦੇ ਉੱਤੇ ਚੋਣਾਂ ਲੜ ਰਹੀ ਹੈ ਔਰ ਇੱਕ ਇਤਿਹਾਸ ਬਣਾਉਣ ਦਾ ਨਿਰਣੇ ਕੀਤਾ ਹੈ। ਕਿਉਂਕਿ ਹਾਲੇ ਤੱਕ ਜੇ ਇਸ ਕਹੀਏ 1967 ਤੋਂ ਲੈ ਕੇ ਹੁਣ ਤੱਕ ਹਮੇਸ਼ਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਚੁਣਾਵ ਜਿਹੜੇ ਹੈਗੇ ਆ ਅਲਾਇੰਸ ਦੇ ਵਿੱਚ ਲੜੇ ਹੈਗੇ ਆ। ਸੋ ਇਹ ਪਹਿਲੀ ਵਾਰੀ ਹੈ ਕਿ ਵੀ ਭਾਰਤੀ ਜਨਤਾ ਪਾਰਟੀ ਇੱਕ ਮਨੋਰਥ, ਇੱਕ ਕਾਰਜਕਰਤਾ ਦਾ ਸੁਪਨਾ ਸਾਕਾਰ ਹੋਣ ਵੱਲ ਕਦਮ बढ़ाया है कि वैसे जिस तरह होरना प्रदेशों के 24 कैडर सरकारां बणियां जिद्दां हरियाणा दे विच है, सो भारतीय जनता पार्टी भी आने वाले समय ਬਣੇਗੀ। ਜੇ ਸੀਨੀਅਰ ਭਾਜਪਾ ਆਗੂਆਂ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਲਗਾਤਾਰ ਉਹਨਾਂ 'ਤੇ ਹਮਲਾ ਕੀਤਾ ਜਾ ਰਿਹਾ। ਪਿਛਲੇ ਦਿਨੀ ਰਾਜਪੁਰਾ ਦੇ ਵਿੱਚ ਵੀ ਬੜੇ ਵੱਡੇ ਪੱਧਰ 'ਤੇ ਤਿੱਖਾ ਵਿਰੋਧ ਜਿਹੜਾ ਕੀਤਾ ਗਿਆ ਸੀਗਾ। ਜੇ ਕਿਸਾਨੀ ਮੁੱਦਾ ਹੱਲ ਨਹੀਂ ਨੇੜੇ ਹੁੰਦਾ ਤਾਂ ਭਾਜਪਾ ਕਿਸ ਤਰ੍ਹਾਂ ਚੋਣ ਲੜੇਗੀ ਜੀ ਤੇ ਕਿੱਦਾਂ ਆਪਣੇ ਉਮੀਦਵਾਰਾਂ ਦੀ ਸੇਫਟੀ ਨੂੰ ਅੱਗੇ ਕਰੇਗੀ? ਦੇਖੋ ਇਸ ਤਰ੍ਹਾਂ ਕਿ ਵੀ ਤੁਸੀਂ ਆਮ ਤੌਰ 'ਤੇ ਦੇਖੋਗੇ ਲੜਾਈ ਜਾਂ ਮੰਗ ਕਿਹਦੇ ਕੋਲ ਕਰਦਾ, ਜਿਹਦੇ ਕੋਲ
ਉਸ ਨੂੰ ਆਸ ਹੋਵੇ, ਠੀਕ ਹੈ ਨਾ। ਕਿਸਾਨ ਭਰਾਵਾਂ ਨੂੰ ਆਸ ਹੈ ਕਿ ਵੀ ਭਾਰਤੀ ਜਨਤਾ ਪਾਰਟੀ ਮੁੱਦਾ ਹੱਲ ਕਰੇਗੀ, ਜਿੱਤੇ ਹੱਕ ਹੋਵੇ ਉਹਦੇ ਨਾਲ ਲੜਦਾ ਨਾ। ਸੋ ਉਸ ਨਾਤੇ ਜਿਹੜਾ ਹੈਗਾ ਮੈਂ ਇਸ ਵਿਰੋਧ ਨੂੰ, ਲੜਾਈ ਨੂੰ ਇਸ ਤਰ੍ਹਾਂ ਦੇਖਦਾ ਕਿ ਉਹ ਸਾਡੇ 'ਤੇ ਹੱਕ ਜਤਾ ਰਹੇ ਔਰ ਉਹਨਾਂ ਨੂੰ ਪੂਰਾ ਹੱਕ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਰਾਹੀਂ ਇਹ ਮਸਲਾ ਹੱਲ ਹੋਏਗਾ। ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਭਾਜਪਾ ਨਾਲ ਕਿੱਦਾਂ ਦੀ ਨਜ਼ਦੀਕੀਆਂ ਰਹਿਣਗੀਆਂ, ਕਿਉਂਕਿ ਪਿਛਲੇ ਦਿਨੋਂ ਸੀਨੀਅਰ ਆਗੂ ਵੱਲੋਂ ਵੀ ਕਿਹਾ ਗਿਆ ਸੀਗਾ, ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕੀਤੀ ਗਈ ਸੀ ਵੀ ਭਾਜਪਾ ਨਾਲ ਕੁਲਾਣ, ਭਾਜਪਾ ਦੇ ਵਿੱਚ ਸ਼ਾਮਲ ਹੋਣ ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਦੇਖੋ ਇਸ ਤਰ੍ਹਾਂ ਕਿ ਵੀ ਇਹ ਤਾਂ ਗੱਲ ਕਲੀਅਰ ਹੋ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਭਾਰਤੀ ਜਨਤਾ ਪਾਰਟੀ ਸ਼ਾਮਿਲ ਨਹੀਂ ਹੋ ਰਹੇ। ਉਹਨਾਂ ਨੇ ਆਪਣੀ ਪਾਰਟੀ ਬਣਾਈ ਹੈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕੋ ਕਾਂਗਰਸੀ ਨਾਲ ਲੈ ਕੇ ਆਉਂਦੇ ਹੈ, ਕਿੰਨੀ ਕੋ ਕਾਂਗਰਸ ਦੇ ਮੁਕਾਬਲੇ ਕੈਪਟਨ ਸਾਹਿਬ ਦੀ ਪਾਰਟੀ ਜਿਹੜੀ ਹੈ ਮਜ਼ਬੂਤ ਹੈ। ਔਰ ਇਸੇ ਗੱਲ ਨੂੰ ਦੇਖ ਕੇ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਸ਼ੀਰਸ਼ ਨੇਤਰਤਵ ਜਿਹੜਾ ਹੈਗਾ ਉਹ ਨਿਰਣੇ ਕਰੇਗੀ ਕਿ ਆਇਆ ਅਲਾਇੰਸ 'ਚ ਜਾਣਾ ਕਿ ਜਾਂ ਇੰਡੀਪੈਂਡੈਂਟ ਲੜਨਾ। ਤੇ ਜੇਕਰ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਤੇ ਕੇਂਦਰੀ ਨੇਤਰ ਵੱਲੋਂ ਸੋਨੀਆ ਗਾਂਧੀ ਜੀ ਵੱਲੋਂ ਕਾਂਗਰਸ ਦੇ ਜਿਹੜੇ ਉੱਚ ਅਹੁਦੇਦਾਰ ਹੈ ਉਹਨਾਂ ਵੱਲੋਂ ਅਸਤੀਫਾ ਲਿਆ ਗਿਆ, ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਕੇ ਬੇਇੱਜ਼ਤ ਕੀਤਾ ਗਿਆ, ਕਿੱਦਾਂ ਸੋਚਦੇ ਹੋ ਤੁਸੀਂ? कहते कि बड़े बेआबरू होकर तेरे कूचे से हम निकले, बहुत निकले मेरे अरमान लेकिन फिर भी कम निकले। जिस व्यक्ति ने पार्टी की सेवा की होवे उस व्यक्ति ਨੂੰ ਜਿਸ ਦੇ ਨਾਮ ਤੇ ਉਹਨਾਂ ਨੇ 2017 ਦਾ ਚੁਣਾਵ ਲੜਿਆ ਕਿ ਪੰਜਾਬ ਦਾ ਕੈਪਟਨ, ਔਰ ਜਦੋਂ ਪਿੱਛੇ ਮਿਊਨਿਸਪਲ ਚੁਣਾਵ ਹੋਏ ਉਹਦੇ ਵਿੱਚ ਵੀ ਜਿਹੜਾ ਹੈਗਾ ਸੁਨੀਲ ਜਾਖੜ ਉਹਨਾਂ ਨੇ ਵੀ ਕਿਹਾ, ਕਈ ਲੀਡਰਾਂ ਨੇ ਕਿਹਾ ਕਿ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਹੋਏਗਾ। ਸੋ ਉਸ ਨੂੰ ਜਿਹੜਾ ਹੈਗਾ ਦੁਰਗਤੀ ਕਰਕੇ ਕੱਢਣਾ ਇਹ ਦੱਸਦਾ ਹੈ ਕਿ ਵੀ ਕਿਸ ਤਰ੍ਹਾਂ ਦਾ ਵਿਵਹਾਰ ਕਾਂਗਰਸ ਪਾਰਟੀ ਆਪਣੇ ਕਾਰਜਕਰਤਾ ਨੇਤਾਵਾਂ ਨਾਲ ਕਰਦੀ ਹੈ। ਜੇ ਗੱਲ ਕਰੀਏ ਨਵਜੋਤ ਸਿੱਧੂ ਦੀ, ਜਿਹੜੇ ਕਾਂਗਰਸ ਦੇ ਪ੍ਰਧਾਨ ਹੈ, ਛੋਟੀ ਛੋਟੀ ਗੱਲ ਤੇ ਨਾਰਾਜ਼ ਹੋ ਜਾਂਦੇ ਆ, ਕਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਦੇ ਆ, ਕਦੀ ਕੁਰਸੀ ਚਲਦੀ ਪ੍ਰੈਸ ਕਾਨਫਰੰਸ ਨੂੰ ਛੱਡ ਕੇ ਚਲੇ ਜਾਂਦੇ ਆ, ਉਹਨਾਂ ਦਾ ਕੀ ਭਵਿੱਖ ਦੇਖ ਰਹੇ ਹੋ ਤੁਸੀਂ ਕਾਂਗਰਸ 'ਚ? ਗੱਲ ਇਹ ਹੈ ਨਵਜੋਤ ਸਿੰਘ ਸਿੱਧੂ ਨਹੀਂ, ਨਰਾਜ ਸਿੰਘ ਸਿੱਧੂ ਹੈ। ਉਹਨੂੰ ਨਾਰਾਜ਼ ਹੋ ਜਾਂਦਾ ਕਿ ਵੀ ਭਾਈ ਜੇ ਉਹਦੀ ਗੱਲ ਨਾ ਪੂਰੀ ਹੋਵੇ, ਠੀਕ ਹੈ ਨਾ ਜੀ। ਹੁਣ ਗੱਲ ਇਹ ਹੁੰਦੀ ਕਿ ਜਦੋਂ ਬੰਦਾ ਤੂੰ ਗੈਰ ਜ਼ਿੰਮੇਵਾਰ ਸੀਗਾ, ਜਦੋਂ ਤੂੰ ਜਾਂ ਜੋ ਕੋਈ ਜ਼ਿੰਮੇਵਾਰੀ ਨਹੀਂ ਸੀ ਤੇਰੇ ਕੋਲ, ਜੋ ਤੂੰ ਪ੍ਰਧਾਨ ਜਦ ਤੱਕ ਪ੍ਰਧਾਨ ਨਹੀਂ ਬਣਿਆ ਤਦ ਤੱਕ ਇਹ ਗੱਲਾਂ ਜਿਹੜੀਆਂ ਠੀਕ ਲੱਗਦੀਆਂ ਸੀਗੀਆਂ ਕਿ ਕੋ ਭਵਨ ਚੱਲ ਜਾਂਦਾ ਸੀਗਾ, ਲੋਕੀ ਮਨਾਉਣ ਆਉਂਦੇ ਸੀਗੇ, ਕੋਈ ਪ੍ਰਭਾਰੀ ਆ ਗਿਆ। ਹੁਣ ਤੇਰਾ ਕੰਮ ਜਿਹੜਾ ਨਾ ਪ੍ਰਧਾਨ ਬਣ ਕੇ ਤੇਰਾ ਕੰਮ ਲੋਕਾਂ ਨੂੰ ਮਨਾਉਣਾ, ਕਾਰਜਕਰਤਾ ਨੂੰ ਮਨਾਉਣਾ, ਨਾਲ ਜੋੜ ਕੇ ਰੱਖਣਾ, ਔਰ ਨਾ ਕਿ ਤੂੰ ਆਪ ਨਾਰਾਜ਼ ਹੋ ਜਾਣਾ। ਹੁਣ ਮੈਨੂੰ ਦੱਸੋ ਕਿ ਵੀ ਜੇ ਆਪ ਹੀ ਨਾਰਾਜ਼ ਹੋਊਗਾ ਤਾਂ ਕਾਰਜਕਰਤਾ ਦਾ ਕਿੱਥੇ ਜਾਊਗਾ? ਸੋ ਉਸ ਨਾਤੇ ਬੜੀ ਹਾਸੋਹੀਣੀ ਗੱਲ ਬਣੀ ਹੋਈ ਹੈ ਕਿ ਵੀ ਇੱਕ ਤਾਂ ਚੀਫ ਮਿਨਿਸਟਰ ਸਰਦਾਰ ਚਰਨਜੀਤ ਸਿੰਘ ਚੰਨੀ ਹੋਣੀ ਅਤੇ ਨਵਜੋਤ ਸਿੰਘ ਸਿੱਧੂ ਆਪਸ ਤੂੰ ਮੈਂ ਕਰਦੇ ਆ। ਜੇ ਕੋਈ ਨਿਰਣੇ ਲੈਂਦਾ ਤੇ ਵੀ ਉਹਨੇ ਮੁੱਛ ਦੀ ਵਾਲ ਦਾ ਸਵਾਲ ਬਣਾ ਲੈਂਦਾ ਕਿ ਭਾਈ ਜਿਹੜਾ ਐਡਵੋਕੇਟ ਜਨਰਲ ਹੈ ਉਹਨੂੰ ਬਦਲੋ, ਤੁਸੀਂ DGP ਬਦਲੋ। ਇਹ ਇਖਤਿਆਰ ਜਿਹੜਾ ਹੈਗਾ ਸਰਕਾਰ ਦਾ, ਮੁੱਖ ਮੰਤਰੀ ਦਾ ਹੈਗਾ, ਨਾ ਕਿ ਸੰਗਠਨ ਦਾ ਜਿਹੜਾ ਹੈਗਾ ਪ੍ਰਦੇਸ਼ ਦਾ ਪ੍ਰਧਾਨ ਹੈ। ਤੂੰ ਆਪਣਾ ਸੰਗਠਨ ਦੇ, ਲੇਕਿਨ ਨਹੀਂ, ਤੂੰ ਕਦੀ ਕੋਪਾਵਨ 'ਚ ਲੈ ਜਾਣਾ, ਕਦੀ ਤੂੰ 2-2 3-3 ਪ੍ਰੈਸ ਕਾਨਫਰੰਸ ਕਰਦਾ। ਮਜ਼ਾਕ ਬਣਾਤਾ ਉਸਨੇ ਅਹੁਦੇ ਦਾ, ਪ੍ਰਧਾਨਗੀ ਦੇ ਅਹੁਦੇ ਦਾ। ਸੋ ਇਸ ਲਈ ਇਸ ਦਾ ਕੰਮ ਇਹ ਹੈਗਾ ਕਿ ਜਿਸ ਕਿਸ਼ਤੀ 'ਚ ਬਹਿੰਦਾ ਉਹ 'ਤੇ ਛੇਕ ਕਰਦਾ ਅਤੇ ਡੁਬੋਂਦਾ। ਸੋ ਇਹ ਦੱਸ ਰਿਹਾ ਸਾਹਮਣੇ ਕਿ ਜੋ ਕੁਝ ਕਾਂਗਰਸ ਦਾ ਉਹ ਕਰਦਾ ਪਿਆ। ਜੇ ਗੱਲ ਕਰੀਏ ਤਾਂ ਲੰਬੇ ਸਮੇਂ 'ਚ ਭਾਜਪਾ 'ਚ ਵੀ ਸ਼ਾਮਿਲ ਰਹੇ ਹੈ, ਤੁਸੀਂ ਵੀ ਉਹਨਾਂ ਨਾਲ ਕੰਮ ਕੀਤਾ ਹੈ, ਕਿੱਦਾਂ ਦਾ ਸੁਭਾਅ ਉਹਨਾਂ ਦਾ? ਗੱਲ ਇਹ, ਮੈਂ 5 ਸਾਲ ਝੇਲਿਆ। ਜਦੋਂ ਮੈਂ ਪਾਰਟੀ ਲੀਡਰ ਸੀਗਾ, ਵਿਧਾਇਕ ਦਲ ਦਾ ਨੇਤਾ ਸੀਗਾ, ਹਰ ਇੱਕ ਗੱਲ 'ਤੇ ਛੋਟੀ ਛੋਟੀ ਗੱਲ ਦੇ ਉੱਤੇ ਇਹਨੇ ਮੁੱਛ ਦੇ ਵਾਲ ਦਾ ਸਵਾਲ ਬਣਾਇਆ, ਲੇਕਿਨ ਅਸੀਂ ਇਹਨੂੰ ਟੋਲਰੇਟ ਵੀ ਕੀਤਾ। ਲੇਕਿਨ ਹੁਣ ਜਦੋਂ ਉਹਦਾ ਮਨੋਰਥ ਨਹੀਂ ਪੂਰਾ ਹੋਇਆ, ਖੁਦ ਹੀ ਆਪੀ ਚਲਾ ਗਿਆ, ਕੋਈ ਇੱਥੇ ਸੀਗਾ ਕੇਂਦਰੀ ਮੰਤਰੀ ਬਣਨਾ, ਅਤੇ ਜੇ ਹੁਣ ਮੰਤਰੀ ਬਣਾ ਕੇ ਵੀ ਇੱਦਾਂ ਦੀਆਂ ਹੋਛੀਆਂ ਹਰਕਤਾਂ ਕਰੂਗਾ, ਇਹਨੀ ਚੰਗਾ ਨਹੀਂ ਬਣਾਇਆ। ਅਤੇ ਹੁਣ ਕਾਂਗਰਸ ਚਲਿਆ, ਕਾਂਗਰਸ ਭੁਗਤਦੀ ਪਈ ਹੈ। ਜੇ ਗੱਲ ਕਰੀਏ ਸਰ, ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਜਿਹੜਾ ਤੂਤੂ ਮਹਿਮਾ ਹੋਈ ਹੈ, CM ਚੰਨੀ ਵੱਲੋਂ ਐਕਸ਼ਨ ਮੋਡ ਦੇ ਵਿੱਚ ਆ ਕੇ ਬੜੀ ਸ਼ਬਦਾਵਲੀ ਕਈ ਤਰੀਕੇ ਦੀ ਵਰਤੀ ਗਈ ਹੈ, ਅਤੇ RSS ਵਾਲੇ ਵੀ ਬੜੇ ਤੰਜ ਕਸੇ ਗਏ ਹੈ। ਕੀ ਕਹਿਣਾ ਚਾਹੋਗੇ ਸਰ, ਕਿੱਦਾਂ ਦਾ ਵਿਵਹਾਰ ਹੋਣਾ ਚਾਹੀਦਾ ਸੀ? ਕਿ RSS ਇੱਕ ਰਾਸ਼ਟਰਵਾਦੀ ਸੰਸਥਾ ਹੈ, ਸਾਂਸਕ੍ਰਿਤਿਕ ਸੰਸਥਾ ਹੈਗੀ ਹੈ, ਔਰ ਦੇਸ਼ ਭਗਤੀ ਨਾਲ ਓਤ-ਪ੍ਰੋਤ ਹੈ। ਸੋ ਉਹਦੇ 'ਤੇ ਡੈਰੋਗੇਟਰੀ ਵਰਡਸ ਯੂਜ਼ ਕਰਨਾ ਕਿ ਗੈਰ ਰਾਸ਼ਟਰਵਾਦੀ ਹੈ, ਇਹ ਗਲਤ ਹੈ। ਔਰ ਉਸ ਨੂੰ ਧਿਆਨ ਰੱਖਣਾ ਚਾਹੀਦਾ ਚੰਨੀ ਸਾਹਿਬ ਕਿ ਅੱਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੀ ਉਸੇ ਵਿਚਾਰਧਾਰਾ ਦੇ ਹਾਮੀ ਹੈ, ਉੱਥੋਂ ਹੀ ਆਏ ਹੈ। ਪੂਰਵ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ, ਉਹ ਵੀ ਜਿਹੜੇ ਹੈਗੇ ਆ ਇਸ ਵਿਚਾਰਧਾਰਾ ਤੋਂ ਹੀ ਨਿਕਲੇ ਹੈਗੇ। ਸੋ ਐਸੀਆਂ ਗੱਲਾਂ ਕਰਨੀਆਂ
ਚੰਗਾ ਨਹੀਂ ਲੱਗਦਾ। ਤੁਸੀਂ ਆਪਣੀ ਪਦ ਦੀ ਗਰਮੀ ਨੂੰ ਘਟਾ ਰਹੇ ਹੋ ਔਰ ਇਸ ਗੱਲ ਤੱਕ ਸੋਚ ਸਮਝ ਕੇ ਵਿਚਾਰ ਕੇ ਬਿਆਨ ਦੇਣਾ ਚਾਹੀਦਾ, ਕੁਝ ਮੂੰਹ ਕਰਨਾ ਚਾਹੀਦਾ। ਕਹਿੰਦੇ ਕਿ ਪਹਿਲੇ ਸੋਚੋ ਫਿਰ ਬੋਲੋ, ਇਹ ਬੋਲ ਕੇ ਸੋਚਦੇ ਆ, ਸੋ ਇਹਨਾਂ ਨੂੰ ਆਪਣੀ ਆਦਤ ਬਦਲੋ। ਇੱਕ ਆਮ ਆਦਮੀ ਪਾਰਟੀ ਦੀ ਅਗਰ ਗੱਲ ਕਰੀਏ ਤਾਂ ਲਾਸਟ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਵੀ ਕੇਜਰੀਵਾਲ ਜੀ ਲਗਾਤਾਰ ਪੰਜਾਬ ਦੌਰੇ ਤੇ ਆਉਂਦੇ ਹੈ, ਵੱਖ-ਵੱਖ ਵਾਅਦੇ ਕਰਦੇ ਆ, ਅਸੀਂ ਇੱਦਾਂ ਕਰਾਂਗੇ, ਮੇਰੀ ਪਹਿਲੀ ਗਰੰਟੀ, ਮੇਰੀ ਦੂਜੀ ਗਰੰਟੀ। ਕਿਵੇਂ ਦੇਖਦੇ ਹੋ ਤੁਸੀਂ ਆਮ ਆਦਮੀ ਪਾਰਟੀ ਨੂੰ? ਪਹਿਲਾਂ ਤਾਂ ਮੈਂ ਜਿਹੜੀ ਗੱਲ ਕਰਾਂਗਾ ਕਿ ਚੰਨੀ ਉਹਨਾਂ ਦੀ ਕੱਲ੍ਹ ਜਿਹੜੇ ਵਰਡਸ ਉਹਦੇ ਐਕਸਪੰਜ ਕੀਤੇ ਗਏ ਵਿਧਾਨ ਸਭਾ 'ਚ। ਸੋ ਇਹ ਪਹਿਲੀ ਵਾਰੀ ਹੈਗਾ ਇਤਿਹਾਸ 'ਚ ਕਿ ਵੀ ਕਿਸੇ ਮੁੱਖ ਮੰਤਰੀ ਦੇ ਡਿਬੇਟ 'ਚੋਂ ਵਿਧਾਨ ਸਭਾ 'ਚ ਸਪੀਕਰ ਨੇ ਐਕਸਪੰਜ ਕੀਤਾ। ਇਹਦਾ ਮਤਲਬ ਇਹ ਹੈਗਾ ਕਿ ਸਪੀਕਰ ਨੇ ਵੀ ਮੰਨਿਆ, ਜਿਹੜਾ ਕਸਟੋਡੀਅਨ ਹਾਊਸ ਦਾ, ਕਿ ਵੀ ਇਹ ਸ਼ਬਦਾਵਲੀ ਠੀਕ ਨਹੀਂ ਸੀ, ਗਲਤ ਸੀ। ਸੋ ਇਸ ਨਾਤੇ ਮੈਂ ਤਾਂ ਕਹਾਂਗਾ ਕਿ ਵੀ ਚੰਨੀ ਉਹਨਾਂ ਨੂੰ ਪੰਜਾਬ ਦੇ ਲੋਕਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਜਿੱਥੇ ਤੱਕ ਸਵਾਲ ਆਮ ਆਦਮੀ ਪਾਰਟੀ ਦਾ ਹੈ, ਇਹ ਬਣਨ ਤੋਂ ਪਹਿਲਾਂ ਹੀ ਜਿਹੜੀ ਹੈਗੀ ਹੈ ਤੀਲੇ ਤੀਲੇ ਹੋ ਗਈ ਹੈ। ਔਰ ਜੇ ਕਹਿੰਦੇ ਵਾਅਦਾ ਕਰਨ ਦਾ ਦਿੱਲੀ ਵਾਲਿਆਂ ਨੂੰ ਪੁੱਛੋ ਕਿ ਵੀ ਜਿਹੜੀਆਂ 5000 ਬੱਸਾਂ ਦਾ ਉਹਨਾਂ ਨੇ ਵਾਅਦਾ ਕੀਤਾ ਸੀਗਾ, ਪਈਆਂ ਨਹੀਂ ਪਈਆਂ। ਸੋ ਉਹ ਵੀ ਗੱਲ ਪੂਰੀ ਤਾਂ ਕਰਦਾ ਨਹੀਂ, ਉਹ ਵਾਅਦੇ ਕਰਕੇ ਤੁਰ ਜਾਂਦਾ ਅੱਗੇ। ਸੋ ਉਸ ਨਾਤੇ ਅੱਜ ਵੀ ਪਤਾ ਔਰ ਲੋਕਾਂ ਨੂੰ ਪਤਾ ਹੈ ਕਿ ਵੀ ਇਹ ਛਲਾਵੇ 'ਚ ਨਹੀਂ ਆਉਣ ਵਾਲੇ ਪੰਜਾਬ ਦੇ। ਹੁਣ ਤਾਂ ਜਿਹੜਾ ਖਤਰਾ ਜਿਹੜੇ ਵਿਧਾਇਕ ਹੈ ਉਹੀ ਪਾਰਟੀ ਛੱਡ ਕੇ ਜਾ ਰਹੇ, ਕਿਉਂਕਿ ਉਹਨਾਂ ਨੂੰ ਪਤਾ ਕਿ ਸੱਤਾ 'ਚ ਨਹੀਂ ਆਣੀ। ਸੋ ਉਹਨਾਂ ਨੂੰ ਜਿਹੜਾ ਹੈਗਾ ਠੀਕ ਢੰਗ ਦੇ ਨਾਲ ਉੱਥੇ ਵਿਵਹਾਰ ਨਹੀਂ ਹੈਗਾ ਅਤੇ ਉਸ ਦੀ ਛੱਡ ਕੇ ਜਾ ਰਹੇ ਆ। ਸੋ ਇਸ ਲਈ ਜਿਹੜਾ ਹੈਗਾ ਲੋਕ ਜਾਣਦੇ, ਲੋਕ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਪੰਜਾਬ ਦੇ ਲੋਕ ਨਹੀਂ ਅਪਣਾਉਣਗੇ। ਸਰ ਲਾਸਟ ਕੁਐਸਚਨ, ਪਿਛਲੇ ਕਾਂਗਰਸ ਵੱਲੋਂ ਅਗਰ ਕਹੀਏ ਤਾਂ ਕਾਂਗਰਸ ਵੱਲੋਂ ਲਗਾਤਾਰ ਹਿੰਦੂਆਂ ਦੇ ਉੱਤੇ ਜਿਹੜਾ ਹੈ ਟਾਰਗੇਟ ਕੀਤਾ ਜਾ ਰਿਹਾ ਹਿੰਦੂਆਂ ਨੂੰ। ਪਿਛਲੇ ਦਿਨੀ ਜਦ ਪਹਿਲੇ ਮੁੱਖ ਮੰਤਰੀ ਦੀ ਗੱਲ ਨੂੰ ਲੈ ਕੇ ਜਾਖੜ ਸਾਹਿਬ ਤੇ ਤੰਜ ਕੱਸਿਆ ਗਿਆ ਸੀ, ਜਾਖੜ ਸਾਹਿਬ ਨੂੰ ਹਿੰਦੂ ਹੋਣ ਦੀ ਸਜ਼ਾ ਜਿਹੜੀ ਭੁਗਤੀ ਗਈ, ਕਿਉਂਕਿ ਇੱਕ ਟਾਈਮ ਲੱਗਦਾ ਸੀਗਾ ਵੀ ਜਾਖੜ ਸਾਹਿਬ ਮੁੱਖ ਮੰਤਰੀ ਦੇ ਅਹੁਦੇ ਤੋਂ ਨਵਾਜੇ ਜਾਣਗੇ। ਤੇ ਗੱਲ ਕਰੀਏਗਾ ਪਿਛਲੇ ਦਿਨੇ ਤੇ ਸਲਮਾਨ ਖੁਰਸ਼ੀਦ ਜੀ ਨੇ ਜਿਹੜੇ ਪੂਰਵ ਕੇਂਦਰੀ ਮੰਤਰੀ ਹੈ, ਉਹਨਾਂ ਨੇ ਹਿੰਦੂਆਂ ਬਾਰੇ ਟਾਰਗੇਟ ਕੀਤਾ ਹੈ। ਤੇ ਉਹਨਾਂ ਦੇ ਨਾਲ ਹੀ ਰਾਸ਼ਿਦ ਅਲਵੀ ਜੀ ਹੈ ਜਿਹੜੇ ਕਾਂਗਰਸੀ ਆਗੂ, ਉਹਨਾਂ ਨੇ ਹਿੰਦੂਆਂ ਨੂੰ ਜੈ ਸ਼੍ਰੀ ਰਾਮ ਕਹਿਣ ਤੇ ਰਾਖਸ਼ ਦੀ ਉਪਾਧੀ ਦਿੱਤੀ ਹੈ। ਕੀ ਕਹਿਣਾ ਚਾਹੋਗੇ ਸਰ? ਦੇਖੋ ਇਸ ਤਰ੍ਹਾਂ ਹੈ, ਇਹ ਉਹਨਾਂ ਦੀ ਮਾਨਸਿਕਤਾ ਝਲਕਦੀ ਹੈ, ਸਲਮਾਨ ਖੁਰਸ਼ੀਦ ਉਹਨਾਂ ਦੀ ਔਰ ਦੂਸਰੇ ਵਿਅਕਤੀ ਦੀ, ਕਿ ਕਿਸ ਮਾਨਸਿਕਤਾ ਜਿਹੜੇ ਮਾਲਿਕ ਹੈਗੇ। ਸੋ ਜਿੱਥੇ ਤੱਕ ਕਹਿੰਦੇ ਹੈ ਕਿ ਵੀ ਚੰਦਰਮਾ 'ਤੇ ਥੁੱਕਣ ਨਾਲ, ਸੂਰਜ 'ਤੇ ਥੁੱਕਣ ਨਾਲ ਆਪਣੇ ਮੂੰਹ 'ਤੇ ਪੈਂਦੀ ਹੈ। ਸੋ ਉਸ ਨਾਤੇ ਲੋਕ ਜਾਣਦੇ ਹੈ ਕਿ ਵੀ ਜਿਹੜਾ ਸਨਾਤਨ ਧਰਮ ਹੈ, ਹਿੰਦੂ ਹੈ ਧਰਮ ਹੈ, ਉਹ ਇੱਕ ਬੜਾ ਵਿਸ਼ਾਲ ਹੈ ਔਰ ਉਹਦੇ ਵਿੱਚ ਜਿਹੜਾ ਹੈਗਾ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਹੈ, ਕ੍ਰਿਟਿਸਿਜ਼ਮ ਵੀ ਹੁੰਦਾ, ਫਿਰ ਪਿਊਰੀਫਿਕੇਸ਼ਨ ਹੁੰਦੀ ਹੈ। ਸੋ ਉਸ ਨਾਤੇ ਜਿਹੜਾ ਹੈਗਾ ਭਾਰਤ ਨੇ ਕਦੀ ਵੀ ਜਿਹੜਾ ਗਿਆ ਇੱਥੋਂ ਵਿਅਕਤੀ, ਉਹਨੇ ਪ੍ਰੇਮ ਦਾ ਸੰਦੇਸ਼ ਦਿੱਤਾ। ਤਲਵਾਰ ਦੇ ਲੋਕ ਜਿਹੜੇ ਇੱਥੇ ਆਏ ਸੀਗੇ ਉਹ ਮਾਰੇ ਗਏ, ਮਰ ਗਏ, ख़त्म हो गए, लेकिन भारत देश कायम है। सो इस नाते जो कोई बोलता भी है तो अपनी मानसिकता झलकदा है ना इस धर्म नूं, ਜਾਂ ਤੁਸੀਂ ਕਹਿ ਲਓ ਕਿ ਵੀ ਭਾਰਤੀਅਤਾ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਤੇ ਪੰਜਾਬ ਰਾਜ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਦੋਂ ਤੱਕ ਬੀਜੇਪੀ ਜਿਹੜੀ ਹੈ ਟਿਕਟਾਂ ਅਨਾਉਂਸ ਕਰੇਗੀ ਸਰ? ਦੇਖੋ ਇਸ ਤਰ੍ਹਾਂ ਸਾਡਾ ਕੇਂਦਰੀ ਨੇਤਰਤਵ ਜਿਹੜਾ ਹੈ ਸੈਂਟਰਲ ਪਾਰਲੀਮੈਂਟਰੀ ਬੋਰਡ ਡਿਸਾਈਡ ਕਰਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ 5 ਪ੍ਰਦੇਸ਼ਾਂ ਦੇ ਚੁਣਾਵ ਹੈਗੇ, ਯੂਪੀ ਦੇ ਵੀ ਹੈ, ਬਾਕੀ ਵੀ ਹੈ, ਪੰਜਾਬ ਦੇ ਵੀ ਹੈ। ਸੋ ਠੀਕ ਸਮੇਂ 'ਤੇ ਟਿਕਟਾਂ ਘੋਸ਼ਣਾ ਹੋਣਗੀਆਂ। ਹਰ ਸਾਲ ਵੀ ਜਦੋਂ 5 ਸਾਲ ਬਾਅਦ ਟਿਕਟਾਂ ਘੋਸ਼ਣਾ ਹੁੰਦੀ ਉਸੇ ਤਰ੍ਹਾਂ ਹੀ ਹੁੰਦੀ ਹੈ। ਇਸ ਲਈ ਆਪਾਂ ਕਹੀਏ ਕਿ ਵੀ ਪਾਰਟੀ ਕਿਸੇ ਨੇ ਕਰਤੀ ਹੈ ਤੇ ਸਾਨੂੰ ਅਸੀਂ ਆਪਣੇ ਹਿਸਾਬ ਨਾਲ ਮਸਤ ਹਾਥੀ ਤਾਂ ਚੱਲਦੇ। ਧੰਨਵਾਦ ਜੀ। ਤੁਸੀਂ ਸੁਣਿਆ ਮਨੋਰੰਜਨ ਕਾਲੀ ਜੀ ਨੇ ਸਾਰੇ ਗੱਲਾਂ ਦਾ ਜਿਹੜੀ ਵੀ ਪ੍ਰਸ਼ਨਾਂ ਦਾ ਜਵਾਬ ਜਿਹੜਾ ਬੇਬਾਕੀ ਨਾਲ ਦਿੱਤਾ ਹੈ। ਨਵਜੋਤ ਸਿੱਧੂ ਨੂੰ ਜਿਹੜਾ ਹੈ ਨਾਰਾਜ਼ ਸਿੱਧੂ ਦੇ ਨਾਮ ਨਾਲ ਵੀ ਕਿਹਾ ਇਹਨਾਂ ਨੇ। ਸੋ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਹੁਣ ਭਾਰਤੀ ਜਨਤਾ ਪਾਰਟੀ ਦੀ ਕੀ ਸਟ੍ਰੈਟਜੀ ਰਹਿੰਦੀ ਹੈ, ਕਿਸ ਤਰ੍ਹਾਂ ਚੁਣਾਵ ਲੜਦੇ ਹੈ, ਕਿਸਾਨਾਂ ਦਾ ਮੁੱਦਾ ਕਦੋਂ ਤੱਕ ਹੱਲ ਹੁੰਦਾ ਹੈ, ਕਿਉਂਕਿ ਕਾਲੀ ਸਾਹਿਬ ਦਾ ਕਹਿਣਾ ਸੀਗਾ ਵੀ ਬਹੁਤ ਜਲਦੀ ਜਿਹੜਾ ਹੈ ਕਿਸਾਨਾਂ ਦਾ ਮੁੱਦਾ ਹੱਲ ਹੋਏਗਾ ਤੇ ਭਾਰਤੀ ਜਨਤਾ ਪਾਰਟੀ 117 ਸੀਟਾਂ 'ਤੇ ਚੁਣਾਵ ਲੜ ਸਰਕਾਰ ਬਣਾਏਗੀ। ਆਉਣ ਵਾਲੇ ਸਮੇਂ ਦੇਖਦੇ ਹਾਂ ਕਿਸ ਦੇ ਸਿਰ 'ਤੇ ਤਾਜ ਬੈਠਦਾ ਤੇ ਕੌਣ ਵਿਜੇਤਾ ਹੁੰਦਾ ਹੈ। ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ। ਮੈਂ ਹਾਂ ਵਿਜੇ ਵੋਰਾ, ਰਾਜਪੁਰਾ।